ਸਤਿ ਸ਼੍ਰੀ ਅਕਾਲ ਜੀ ਸਾਰੇ ਵਿਦਿਆਰਥੀਆਂ ਨੂੰ ਸਵਾਗਤ ਹੈ ਤੁਹਾਡਾ IQ ਐਜੂਕੇਸ਼ਨ ਚੈਨਲ 'ਤੇ। ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਮਾਸਟਰ ਕੇਡਰ SST ਦੇ ਪੋਲਿਟੀ ਦੇ ਮਾਡਲ ਟੈਸਟ ਪੇਪਰ ਨੂੰ ਸੋਲਵ ਕਰਾਂਗੇ। ਤੇ ਸਭ ਤੋਂ ਪਹਿਲਾ ਕੁਐਸਚਨ ਆ, ਭਾਰਤੀ ਸੰਵਿਧਾਨ ਵਿੱਚ ਕਿਹੜੀ ਅਨੁਸੂਚੀ ਭਾਸ਼ਾਵਾਂ ਨਾਲ ਸੰਬੰਧਿਤ ਹੈ? ਤਾਂ ਕਿਹੜੀ ਅਨੁਸੂਚੀ ਹੈ? 8ਵੀਂ ਅਨੁਸੂਚੀ ਭਾਸ਼ਾਵਾਂ ਨਾਲ ਸੰਬੰਧਿਤ ਹੈ। 7ਵੀਂ ਅਨੁਸੂਚੀ ਹੈ ਜੀ, ਇਹ ਲਿਸਟ ਨਾਲ ਸੰਬੰਧਿਤ ਹੈ। 3 ਲਿਸਟ ਦਿੱਤੀਆਂ ਗਈਆਂ, ਇਹਦੇ ਵਿੱਚ ਆਪਾਂ ਨੂੰ ਕੌਨਕਰੈਂਟ ਲਿਸਟ, ਸਟੇਟ ਲਿਸਟ, ਯੂਨੀਅਨ ਲਿਸਟ, ਜਿਨ੍ਹਾਂ ਦੇ ਵਿੱਚ ਮਤਲਬ ਸਟੇਟ ਅਤੇ ਜਿਹੜੀ ਹੈਗੀ ਆ ਸੈਂਟਰ ਆ ਉਹ ਆਪਦੀਆਂ ਪਾਵਰਸ ਜਿਹੜੀਆਂ ਡਿਰਾਈਵਡ ਕਰਦੀਆਂ ਨੇਗੀਆਂ ਅਤੇ ਆਪਦੀ ਬਿੱਲ ਵਗੈਰਾ ਬਣਾਉਂਦੀਆਂ ਨੇ। 9th ਜਿਹੜਾ ਸ਼ਡਿਊਲ ਹੈਗਾ, 9th ਇਹ ਲੈਂਡ ਰਿਫੋਰਮਸ ਨੂੰ ਲੈ ਕੇ ਆ, ਅਤੇ 10ਵੀਂ ਅਨੁਸੂਚੀ ਹੈ ਜਿਹੜੀ ਉਹ ਐਂਟੀ ਡਿਫੈਕਸ਼ਨ ਲਾਅ ਨੂੰ ਲੈ ਕੇ ਆ। ਨੈਕਸਟ ਹੈ ਆਰਟੀਕਲ 51A ਤੋਂ ਕੀ ਭਾਵ ਹੈ? ਤਾਂ ਆਰਟੀਕਲ 51A ਤੋਂ ਭਾਵ ਹੈ ਮੁੱਢਲੇ ਕਰਤੱਵ, ਜਿਹੜੇ ਕਿ ਸਵਰਨ ਸਿੰਘ ਕਮੇਟੀ ਦੇ ਦੁਆਰਾ ਆਪਾਂ ਨੂੰ ਰਿਕਮੈਂਡ ਕੀਤੇ ਗਏ ਸੀ, ਸੁਝਾਏ ਗਏ ਸੀਗੇ, ਅਤੇ ਇੰਦਰਾ ਗਾਂਧੀ ਦੀ ਸਰਕਾਰ ਦੇ ਸਮੇਂ 1976 42ਵੀਂ ਸੋਧ 1976 ਦੇ ਰਾਹੀਂ ਸੰਵਿਧਾਨ ਦੇ ਵਿੱਚ ਆ ਜਿਹੜਾ ਸ਼ਾਮਿਲ ਕੀਤੇ ਗਏ ਸੀ। ਤਾਂ ਇਹ ਜਿਹੜੇ ਹੈਗੇ ਆ ਮੁੱਢਲੇ ਕਰਤੱਵ, ਇਹ ਅਸੀਂ USSR ਤੋਂ ਲਏ ਆ, ਅਤੇ ਉਹਨਾਂ ਤੋਂ ਅਸੀਂ USSR ਦੇ ਕੌਨਸਟੀਟਿਊਸ਼ਨ ਤੋਂ 10 ਮੁੱਢਲੇ ਕਰਤੱਵ ਲਏ ਆ, ਅਤੇ ਜਿਹੜਾ 11ਵਾਂ ਜਿਹੜਾ ਹੈਗਾ ਮੁੱਢਲਾ ਕਰਤੱਵ ਹੈ ਐਜੂਕੇਸ਼ਨ ਦਾ, ਉਹ ਜਿਹੜਾ ਹੈਗਾ 2002 ਦੇ ਵਿੱਚ ਸ਼ਾਮਿਲ ਕੀਤਾ ਗਿਆ। ਨੈਕਸਟ ਹੈ, ਕਿਸ ਐਕਟ ਅਧੀਨ ਰਾਸ਼ਟਰ ਦੀ ਏਕਤਾ ਨੂੰ ਭਾਰਤੀ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ? ਤਾਂ ਰਾਸ਼ਟਰ ਦੀ ਏਕਤਾ, ਅਖੰਡਤਾ, ਇੰਟੀਗ੍ਰਿਟੀ ਸ਼ਬਦ ਹੈ ਜਿਹੜਾ ਇਹ ਅਮੈਂਡ ਕਰਕੇ ਪ੍ਰੈਂਬਲ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ 42ਵੀਂ ਸੋਧ 1976। ਤਾਂ ਇਹ 1976 ਹੈ ਜੀ। ਨੈਕਸਟ ਕੁਐਸਚਨ ਹੈ, ਕੇਸ਼ਵਾਨੰਦ ਭਾਰਤੀ ਕੇਸ। ਕੇਸ਼ਵਾਨੰਦ ਭਾਰਤੀ ਕੇਸ ਵਰਸਸ ਕੇਰਲਾ ਗਵਰਨਮੈਂਟ ਹੈ। ਇਹ ਭਾਰਤੀ ਸੰਵਿਧਾਨ ਦੇ ਮੂਲ ਢਾਂਚੇ ਦੇ ਨਾਲ ਸੰਬੰਧਿਤ ਹੈ, ਮੁੱਢਲੇ ਢਾਂਚੇ ਦੇ ਨਾਲ ਸੰਬੰਧਿਤ ਹੈ। ਨੈਕਸਟ ਕੁਐਸਚਨ ਹੈ, ਭਾਰਤੀ ਸੰਵਿਧਾਨ ਦਾ ਆਰਟੀਕਲ 14 ਤਸਦੀਕ ਕਰਦਾ ਹੈ? ਤਾਂ ਆਰਟੀਕਲ 14 ਸਮਾਨਤਾ ਦੇ ਅਧਿਕਾਰ ਦੀ ਤਸਦੀਕ ਕਰਦਾ ਹੈਗਾ। ਇਸ ਤੋਂ ਇਲਾਵਾ ਸੂਚਨਾ ਦਾ ਅਧਿਕਾਰ ਹੈ, ਇਸ ਆਪਸ਼ਨ ਦੇ ਵਿੱਚ ਸੂਚਨਾ ਦਾ ਅਧਿਕਾਰ ਹੈ ਜਿਹੜਾ ਇਹ ਆਰਟੀਕਲ 19 ਦੇ ਪਾਰਟ A ਦੇ ਦੁਆਰਾ ਦਿੱਤਾ ਗਿਆ ਹੈਗਾ। ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਵੀ ਇਹਨੂੰ 2005 ਦੇ ਵਿੱਚ ਰਾਜਸਥਾਨ ਗਵਰਨਮੈਂਟ ਦੇ ਦੁਆਰਾ ਮਾਨਤਾ ਵੀ ਮਿਲੀ ਸੀ। ਇਸ ਤੋਂ ਇਲਾਵਾ ਸਿੱਖਿਆ ਦਾ ਅਧਿਕਾਰ ਹੈ ਜਿਹੜਾ ਕਿ ਆਰਟੀਕਲ 21A ਦੇ ਅਧੀਨ 6 ਤੋਂ 14 ਸਾਲ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੀ ਜਿਹੜੀ ਸੁਵਿਧਾ ਉਹ ਦਿੰਦਾ। ਰੁਜ਼ਗਾਰ ਦਾ ਅਧਿਕਾਰ ਹੈ ਜਿਹੜਾ ਇਹ ਰਾਜਨੀਤਿਕ ਨਿਰਦੇਸ਼ਕ ਸਿਧਾਂਤਾਂ ਦੇ ਵਿੱਚ ਐਡ ਕੀਤਾ ਹੋਇਆ, ਇਹ ਸਾਨੂੰ 41ਵੇਂ ਆਰਟੀਕਲ ਦੇ ਅਧੀਨ ਹੈ ਜਿਹੜਾ ਉਹ ਪ੍ਰਾਪਤ ਹੁੰਦਾ ਹੈਗਾ। ਨੈਕਸਟ ਕੁਐਸਚਨ ਹੈ, ਮੰਡਲ ਆਯੋਗ ਕੇਂਦਰਿਤ ਸੀ? ਤਾਂ ਇਹ ਪਿਛੜੇ ਵਰਗਾਂ ਦੇ ਲਈ ਬਣਾਇਆ ਗਿਆ ਸੀ ਮੰਡਲ ਆਯੋਗ। 1979 ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਨੇ, ਮੋਰਾਰਜੀ ਦੇਸਾਈ ਉਸ ਟਾਈਮ PM ਸੀ, ਉਹਨਾਂ ਨੇ ਜਿਹੜਾ ਹੈਗਾ ਮੰਡਲ ਆਯੋਗ ਬਣਾਇਆ ਸੀ, ਜਿਹਦੇ ਵਿੱਚ ਉਹਨਾਂ ਨੇ 44% ਹੈ ਜਿਹੜੇ ਪਿਛੜੇ ਵਰਗ ਦੇ ਲੋਕ ਹੈ ਜਿਹੜੇ ਉਹਨਾਂ ਨੂੰ ਸ਼ਾਮਿਲ ਕੀਤਾ ਸੀਗਾ। ਨੈਕਸਟ ਕੁਐਸਚਨ ਹੈ, ਕਾਨੂੰਨ ਦੀ ਸ਼ਰਤ ਕੀ ਹੈ? ਕਾਨੂੰਨ ਦੀ ਕੀ ਸ਼ਰਤ ਹੈ? ਕਾਨੂੰਨ ਸਪਸ਼ਟ ਵੀ ਹੋਣਾ ਚਾਹੀਦਾ ਅਤੇ ਵਾਸਤਵਿਕ ਹੋਣਾ ਚਾਹੀਦਾ, ਇਹ ਕਾਲਪਨਿਕ ਨਹੀਂ ਹੋਣਾ ਚਾਹੀਦਾ। ਮਤਲਬ ਇਹ ਨਹੀਂ ਵੀ ਜਦੋਂ ਲੋੜ ਕਰੇ ਪਵੇ ਤਾਂ ਉਦੋਂ ਆਪਾਂ ਕੋਈ ਵੀ ਸ਼ਕਤੀ ਹੈ ਜਾਂ ਕੋਈ ਵੀ ਜਿਹੜਾ ਕਾਨੂੰਨ ਹੈ ਲੋਆ ਉਹ ਬਣਾ ਲਈਏ। ਤਾਂ ਇਹ ਸਪਸ਼ਟ ਹੋਣਾ ਚਾਹੀਦਾ, ਸਾਰਿਆਂ ਲਈ ਇਕੁਅਲ ਵੀ ਹੋਵੇ ਅਤੇ ਸਪਸ਼ਟ ਵੀ ਹੋਵੇ, ਜਿਹਦਾ ਭਾਵ ਸਾਨੂੰ ਸਮਝ ਆਉਣਾ ਚਾਹੀਦਾ। ਅੱਗੇ ਹੈ, ਆਰਥਿਕ ਸਮਾਨਤਾ ਨੂੰ ਕੌਣ ਤਰਜੀਹ ਦਿੰਦਾ? ਤਾਂ ਆਰਥਿਕ ਸਮਾਨਤਾ ਨੂੰ ਮਾਰਕਸਵਾਦ ਜਾਂ ਕਾਰਲ ਮਾਰਕਸ ਹੈ ਜਿਹੜਾ ਉਹ ਤਰਜੀਹ ਦਿੰਦਾ, ਜਿਹਨੇ ਕਿ ਸਾਡੇ ਸਮਾਜ ਨੂੰ 2 ਵਰਗਾਂ ਦੇ ਵਿੱਚ ਵੰਡਿਆ ਹੋਇਆ ਸੀਗਾ, ਇੱਕ ਪੂੰਜੀਪਤੀ ਸੀ ਅਤੇ ਇੱਕ ਮਜ਼ਦੂਰ ਵਰਗ ਸੀ। ਨੈਕਸਟ ਹੈ, ਸ਼ਬਦ ਜਸਟਿਸ ਕਿਸ ਭਾਸ਼ਾ ਤੋਂ ਲਿਆ ਗਿਆ ਹੈ? ਤਾਂ ਇਹ ਲੈਟਿਨ ਵਰਡ ਹੈ, ਲਾਤੀਨੀ ਭਾਸ਼ਾ ਤੋਂ ਲਿਆ ਗਿਆ। ਨੈਕਸਟ, DMK ਪਾਰਟੀ ਕਿਸ ਰਾਜ ਨਾਲ ਸੰਬੰਧਿਤ ਹੈ? ਤਾਂ DMK ਪਾਰਟੀ ਹੈ ਜਿਹੜੀ ਉਹ ਤਾਮਿਲਨਾਡੂ ਨਾਲ ਸੰਬੰਧਿਤ ਹੈ। DMK ਦੀ ਫੁੱਲ ਫਾਰਮ ਹੈ ਦ੍ਰਾਵਿੜ ਮੁਨੇਤਰਾ ਕਾਜਿੰਗਮ ਪਾਰਟੀ। ਇਹ 17 ਸਤੰਬਰ 1949 ਨੂੰ ਬਣਾਈ ਗਈ ਸੀ ਅਤੇ ਇਹਦੇ ਫਾਊਂਡਰ ਹੈ ਜਿਹੜੇ ਉਹ ਹੈਗੇ CN ਅੰਨਾਦੁਰਾਈ। ਅਗਲਾ ਕੁਐਸਚਨ, ਸਵਰਨ ਸਿੰਘ ਕਮੇਟੀ ਨੇ ਸਿਫਾਰਿਸ਼ ਕੀਤੀ ਸੀ? ਤਾਂ ਸਵਰਨ ਸਿੰਘ ਕਮੇਟੀ ਨੇ ਮੌਲਿਕ ਕਰਤੱਵਾਂ ਦੀ ਸਿਫਾਰਿਸ਼ ਕੀਤੀ ਸੀ, ਜਿਹੜਾ ਆਪਾਂ ਪਿੱਛੇ ਹੁਣੇ ਡਿਸਕਸ ਕਰਕੇ ਹਟੇ ਹਾਂ। ਭਾਰਤ ਵਿੱਚ ਕਿਹੜੀ ਦਲ ਪ੍ਰਣਾਲੀ ਪ੍ਰਚਲਿਤ ਹੈ? ਤਾਂ ਭਾਰਤ ਦੇ ਵਿੱਚ ਬਹੁ ਦਲੀ ਪ੍ਰਣਾਲੀ ਹੈ ਜਿਹੜੀ ਉਹ ਪ੍ਰਚਲਿਤ ਆ। ਭਾਰਤ ਦੇ ਵਿੱਚ ਬਹੁਤ ਸਾਰੇ ਦਲ ਹੈ, ਉਹਨਾਂ ਨੂੰ ਮਾਨਤਾ ਪ੍ਰਾਪਤ ਹੈ, ਯਾਨੀ ਕਿ ਆਪਣੇ ਕੋਲ 6 ਜਿਹੜੇ ਹੈਗੇ ਉਹ ਰਾਸ਼ਟਰੀ ਦਲ ਨੇ, ਤਾਂ ਉਹਨਾਂ ਨੂੰ ਮਾਨਤਾ ਪ੍ਰਾਪਤ ਹੈ।
ਕੁੱਲ ਜਿਹੜੇ ਹੈਗੇ 2449 ਜਿਹੜੇ ਹੈਗੇ ਟੋਟਲ ਦਲ ਚੱਲਦੇ ਆ ਪੂਰੇ ਭਾਰਤ ਦੇ ਵਿੱਚ, ਜਿਨ੍ਹਾਂ ਦੇ ਵਿੱਚ ਮਾਨਤਾ ਪ੍ਰਾਪਤ, ਗੈਰ ਮਾਨਤਾ ਪ੍ਰਾਪਤ ਰਾਸ਼ਟਰੀ ਦਲ ਸ਼ਾਮਲ ਨੇ। ਨਾਰਾ ਗਰੀਬੀ ਹਟਾਓ ਕਿਸ ਨੇ ਲਗਾਇਆ? ਤਾਂ ਗਰੀਬੀ ਹਟਾਓ ਦਾ ਨਾਰਾ ਜਿਹੜਾ ਉਹ ਇੰਦਰਾ ਗਾਂਧੀ ਨੇ ਲਗਾਇਆ ਸੀ। ਉਕਤੀ ਆਇਆ ਰਾਮ ਗਿਆ ਰਾਮ ਨਾਲ ਕਿਹੜਾ ਰਾਜ ਸੰਬੰਧਿਤ ਹੈ? ਤਾਂ ਇਹ ਹੈਗਾ ਜੀ ਹਰਿਆਣਾ। 1977 ਵਿੱਚ ਕੇਂਦਰ ਵਿੱਚ ਕਿਹੜੀ ਪਾਰਟੀ ਨੇ ਸਰਕਾਰ ਬਣਾਈ ਸੀ? ਤਾਂ 1977 ਵਿੱਚ ਕੇਂਦਰ ਦੇ ਵਿੱਚ ਜਨਤਾ ਪਾਰਟੀ ਦੀ ਸਰਕਾਰ ਨੇ ਸਰਕਾਰ ਬਣਾਈ ਸੀ। ਇਹਨਾਂ ਦੇ PM ਸੀ ਮੋਰਾਰਜੀ ਦੇਸਾਈ। ਇਹ ਪਹਿਲੀ ਜਿਹੜੀ ਹੈਗੀ ਹੈ ਗੈਰ ਕਾਂਗਰਸੀ ਸਰਕਾਰ ਬਣੀ ਸੀ। ਨੈਕਸਟ ਕੁਐਸਚਨ ਹੈ 1945 ਵਿੱਚ ਇਸ ਦੀ ਉਤਪਤੀ ਸਮੇਂ ਸੰਯੁਕਤ ਰਾਸ਼ਟਰ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? ਤਾਂ ਇਹ ਸੰਯੁਕਤ ਰਾਸ਼ਟਰ ਦੇ ਬਾਰੇ ਕੁਐਸਚਨ ਪੁੱਛਿਆ ਗਿਆ ਤਾਂ ਇਹਦੇ ਮੈਂਬਰ ਸੀਗੇ 51। ਲੋਕ ਸਭਾ ਚੋਣਾਂ 2014 ਵਿੱਚ BJP ਨੂੰ ਪ੍ਰਾਪਤ ਵੋਟਾਂ ਦਾ ਪ੍ਰਤੀਸ਼ਤ ਦੱਸੋ? ਤਾਂ ਇਹ ਹੈਗਾ ਸੀ 31.5%। ਅਗਲਾ ਹੈ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ ਕਦੋਂ ਕੀਤਾ ਗਿਆ? ਤਾਂ ਭਾਸ਼ਾ ਦੇ ਆਧਾਰ 'ਤੇ ਪੰਜਾਬ ਦਾ ਪੁਨਰਗਠਨ 1 ਨਵੰਬਰ 1966 ਨੂੰ ਕੀਤਾ ਗਿਆ ਸੀ। ਅਨੰਦਪੁਰ ਸਾਹਿਬ ਮਤਾ ਜ਼ੋਰ ਦਿੰਦਾ ਹੈ। ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਉਹ ਕਿਸ ਚੀਜ਼ 'ਤੇ ਜ਼ੋਰ ਦਿੰਦਾ? ਰਾਜ ਨੂੰ ਖੁਦ ਮੁਖਤਿਆਰੀ ਜਿਹੜੀ ਹੈਗੀ ਜ਼ਿਆਦਾ ਦੇਣੀ, ਮਤਲਬ ਸੈਂਟਰ ਦਾ ਜਿਹੜਾ ਹੈਗਾ ਕੰਟਰੋਲ ਆ ਉਹਨੂੰ ਖਤਮ ਕਰਨਾ ਜਾਂ ਉਹਨੂੰ ਘੱਟ ਕਰਨ 'ਤੇ ਜ਼ੋਰ ਦਿੰਦਾ। ਅਗਲਾ ਕੁਐਸਚਨ ਹੈ ਸੰਤ ਹਰਦੇਵ ਸਿੰਘ ਲੌਂਗੋਵਾਲ ਕਿਸ ਪਾਰਟੀ ਨਾਲ ਸੰਬੰਧਿਤ ਸਨ? ਤਾਂ ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸੀ ਜੀ। ਸੰਯੁਕਤ ਰਾਸ਼ਟਰ ਦੇ ਮੁੱਖ ਅੰਗ ਜਾਂ ਅੰਗਾਂ ਦਾ ਉਲੇਖ ਕਰੋ। ਤਾਂ ਉਪਰੋਕਤ ਸਾਰੇ ਹੀ ਸੰਯੁਕਤ ਰਾਸ਼ਟਰ ਦੇ ਅੰਗ ਨੇ। ਨੈਕਸਟ ਕੁਐਸਚਨ ਸਰਕਾਰੀ ਜਾਂ ਅਯੋਗ ਸੰਬੰਧਿਤ ਹੈ? ਤਾਂ ਇਹ ਕੇਂਦਰ ਅਤੇ ਰਾਜਾਂ ਦੇ ਸੰਬੰਧਾਂ ਨਾਲ ਸੰਬੰਧਿਤ ਹੈ। ਅਗਲਾ ਕੁਐਸਚਨ ਹੈ ਪੀਪਲਜ਼ ਐਕਟ 1957 ਦਾ ਨਿਰੂਪਣ ਸੰਬੰਧਿਤ ਹੈ? ਤਾਂ ਇਹ ਚੋਣਾਂ ਨਾਲ, ਇਲੈਕਸ਼ਨ ਨਾਲ ਸੰਬੰਧਿਤ ਹੈ। ਭਾਰਤ ਵਿੱਚ ਮੁੱਖ ਚੋਣ ਕਮਿਸ਼ਨਰ ਨੇ ਐਟ ਪ੍ਰੈਜ਼ੈਂਟ ਜਿਹੜੇ ਭਾਰਤ ਵਿੱਚ ਮੁੱਖ ਚੋਣ ਕਮਿਸ਼ਨਰ ਨੇ ਉਹ ਹੈਗੇ ਆ ਰਾਜੀਵ ਕੁਮਾਰ। ਇਹ 15 ਮਈ 2012 ਤੋਂ ਆਪਣੇ ਅਹੁਦੇ 'ਤੇ ਨੇ। ਪਰ ਕੁਐਸਚਨ ਦੇ ਅਕੋਰਡਿੰਗ ਸੁਨੀਲ ਅਰੋੜਾ। ਭਾਰਤ ਵਿੱਚ ਪਹਿਲਾ ਮੁੱਖ ਚੋਣ ਕਮਿਸ਼ਨਰ ਸੀ ਸੁਕੁਮਾਰ ਸੇਨ। ਨੋਟਾ ਦਾ ਪਹਿਲੀ ਵਾਰ 5 ਰਾਜਾਂ ਦੀਆਂ ਚੋਣਾਂ ਵਿੱਚ ਪ੍ਰਯੋਗ ਕੀਤਾ ਗਿਆ। ਤਾਂ ਇਹ ਨਵੰਬਰ 2013 ਦੇ ਵਿੱਚ ਕੀਤਾ ਗਿਆ ਸੀ। ਭਾਰਤ ਵਿੱਚ ਆਮ ਚੋਣਾਂ ਕਿਸ ਆਧਾਰ 'ਤੇ ਹੁੰਦੀਆਂ ਨੇ? ਤਾਂ ਭਾਰਤ ਵਿੱਚ ਆਮ ਚੋਣਾਂ ਨੇ ਜਿਹੜੀਆਂ ਉਹ ਬਾਲਗ ਮਤ ਅਧਿਕਾਰ ਅਤੇ ਯੂਨੀਵਰਸਲ ਐਡਲਟ ਫਰੈਂਚਾਈਜ਼ੀ ਵੀ ਕਹਿ ਦਿੰਦੇ ਹਾਂ ਜਿਹਨੂੰ ਆਪਾਂ, ਤਾਂ ਉਹਦੇ ਆਧਾਰ 'ਤੇ ਲਈਆਂ ਜਾਂਦੀਆਂ। ਜਦੋਂ ਏਜ ਹੈ ਜਿਹੜੀ 18 ਸਾਲ ਜਾਂ 18 ਸਾਲ ਤੋਂ ਅਬਵ ਹੋਵੇ ਤਾਂ ਉਦੋਂ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾਂਦਾ। ਉਹਨੂੰ ਅਸੀਂ ਯੂਨੀਵਰਸਲ ਫਰੈਂਚਾਈਜ਼ੀ ਵੀ ਕਹਿੰਦੇ ਹਾਂ, ਐਡਲਟ ਫਰੈਂਚਾਈਜ਼ੀ। ਨੈਕਸਟ ਕੁਐਸਚਨ ਹੈ ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ। ਭਾਰਤੀ ਸੰਵਿਧਾਨ ਦੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਹੈ ਡਾਕਟਰ BR ਅੰਬੇਦਕਰ, ਜਿਨ੍ਹਾਂ ਨੂੰ ਫਾਦਰ ਆਫ ਇੰਡੀਅਨ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ ਐਂਡ ਆਰਕੀਟੈਕਟ ਆਫ ਇੰਡੀਅਨ ਕੌਨਸਟੀਟਿਊਸ਼ਨ ਵੀ ਕਿਹਾ ਜਾਂਦਾ ਹੈ। ਖਰੜਾ ਕਮੇਟੀ ਹੈ ਜਿਹੜੀ ਇਹਦੇ ਕੁੱਲ 7 ਮੈਂਬਰ ਸੀ। ਨੈਕਸਟ ਕੁਐਸਚਨ ਹੈ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਕੀ ਕੀਤਾ ਗਿਆ ਸੀਗਾ? ਘੋਸ਼ਿਤ ਕੀਤਾ ਗਿਆ ਸੀ। ਭਾਰਤੀ ਸੰਵਿਧਾਨ ਦਾ ਖਾਕਾ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਭਾਰਤੀ ਸੰਵਿਧਾਨ ਦਾ ਖਾਕਾ ਭਾਰਤ ਸਰਕਾਰ ਐਕਟ 1935 ਨੂੰ ਕਿਹਾ ਜਾਂਦਾ, ਜਿਹੜਾ ਬ੍ਰਿਟਿਸ਼ ਸਰਕਾਰ ਦਾ ਸਭ ਤੋਂ ਵੱਡਾ ਐਕਟ ਮੰਨਿਆ ਜਾਂਦਾ। ਪੂਰੇ ਇਤਿਹਾਸ ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਦਾ ਸਭ ਤੋਂ ਪਹਿਲਾ ਵੱਡਾ ਐਕਟ ਇਹੀ ਸੀ, ਜਿਹਦੇ ਵਿੱਚੋਂ 75% 1/4 ਆ ਜਿਹੜਾ ਐਕਟ ਆ ਉਹ ਐਜ਼ ਇਟ ਇਜ਼ ਸਾਡੇ ਸੰਵਿਧਾਨ ਦੇ ਵਿੱਚ ਲਿਆ ਗਿਆ। ਇਸ ਤੋਂ ਬਾਅਦ ਹੈ ਹਿੰਦ ਸਵਰਾਜ ਦੇ ਲੇਖਕ ਦੀ ਪਹਿਚਾਣ ਕਰੋ। MK ਗਾਂਧੀ। ਸਰਵੋਦਿਆ ਨੇਤਾ ਵਿਨੋਬਾ ਭਾਵੇ, ਜਿਹੜੇ ਕਿ ਗਾਂਧੀ ਜੀ ਦੇ ਸਕਸੈਸਰ ਵੀ ਸੀ। ਮਹਾਤਮਾ ਗਾਂਧੀ ਨੇ ਆਪਣੇ ਵਿਚਾਰ ਲਏ ਸੀ। ਤਾਂ ਮਹਾਤਮਾ ਗਾਂਧੀ ਨੇ ਆਪਣੇ ਵਿਚਾਰ ਉਪਰੋਕਤ ਸਾਰਿਆਂ ਤੋਂ ਲਏ ਸੀ, ਐਮਰਸਨ ਤੋਂ, ਟਾਲਸਟਾਏ, ਥੋਰੇ ਤੋਂ। ਭਾਰਤੀ ਸੰਸਦ ਵਿੱਚ ਕਿਹੜਾ ਸਦਨ ਉੱਪਰਲਾ ਸਦਨ ਕਹਿਲਾਉਂਦਾ? ਭਾਰਤੀ ਸੰਸਦ ਦੇ ਵਿੱਚ ਰਾਜ ਸਭਾ ਜਿਹੜਾ ਉਹਨੂੰ ਉੱਪਰਲਾ ਸਦਨ, ਪਰਮਾਨੈਂਟ ਸਦਨ, ਐਲਡਰਜ਼ ਸਦਨ, ਕੌਂਸਲ ਆਫ ਸਟੇਟ, ਇਹਨਾਂ ਸਾਰੇ ਨਾਮ ਨਾਲ ਜਾਣਦੇ ਆ। ਭਾਰਤ ਦਾ ਰਾਸ਼ਟਰਪਤੀ ਕੌਣ ਹੈ? ਤਾਂ ਕੁਐਸਚਨ ਦੇ ਅਕੋਰਡਿੰਗ ਰਾਮਨਾਥ ਕੋਵਿੰਦ ਹੈ, ਪਰ ਹੁਣ ਜਿਹੜੇ ਹੈਗੇ ਉਹ ਹੈਗੇ ਦ੍ਰੋਪਦੀ ਮੁਰਮੂ। ਭਾਰਤ ਦੇ ਪਹਿਲੇ ਰਾਸ਼ਟਰਪਤੀ ਦਾ ਨਾਮ? ਤਾਂ ਪਹਿਲੇ ਰਾਸ਼ਟਰਪਤੀ ਤੇ 2 ਵਾਰ ਬਣਨ ਵਾਲੇ ਜਿਹੜੇ ਸੀਗੇ ਉਹ ਹੈਗੇ ਆ ਡਾਕਟਰ ਰਾਜਿੰਦਰ ਪ੍ਰਸਾਦ। ਨੈਕਸਟ ਕੁਐਸਚਨ ਹੈ ਭਾਰਤ ਦੇ ਰਾਸ਼ਟਰਪਤੀ ਦਾ ਸੇਵਾ ਕਾਲ 5 ਸਾਲ ਹੁੰਦਾ ਹੈਗਾ, ਪਰ ਇਹ ਹੈ ਵੀ 5 ਸਾਲ ਲਈ ਹੁੰਦਾ ਅਤੇ ਰਾਸ਼ਟਰਪਤੀ ਦੀ ਉਮਰ ਹੈ ਜਿਹੜੀ ਉਹ ਹੁੰਦੀ ਹੈਗੀ 35 ਸਾਲ।
ਰਾਸ਼ਟਰਪਤੀ ਦੀ ਚੋਣ ਦੇ ਲਈ ਉਮਰ 35 ਸਾਲ ਹੈ, ਪਰ ਇਹ ਨਹੀਂ ਵੀ ਉਹਨਾਂ ਨੂੰ ਕਿੰਨੀ ਉਮਰ ਤੱਕ ਜਿਹੜਾ ਹੈਗਾ ਰਿਟਾਇਰ ਕੀਤਾ ਜਾਵੇ। ਸੋ ਉਹਨਾਂ ਦੀ ਉਮਰ ਕਿੰਨੀ ਵੀ ਹੋ ਸਕਦੀ ਹੈ, 100 ਸਾਲ ਵੀ ਹੋ ਸਕਦੀ ਹੈ, ਜਿੰਨੀ ਵੀ ਕੁਛ ਕਿੰਨੀ ਵੀ ਹੋ ਸਕਦੀ ਹੈ, ਪਰ 35 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। ਅਤੇ ਕਾਰਜਕਾਲ 5 ਸਾਲ ਹੈ। ਇਹ ਨਿਸ਼ਚਿਤ ਹੈ ਜੀ। ਇਹਨਾਂ ਨੂੰ ਸਿਰਫ ਇੰਪੀਚਮੈਂਟ ਪ੍ਰੋਸੈਸ ਦੇ ਨਾਲ 61 ਆਰਟੀਕਲ ਦੇ ਅਧੀਨ ਹਟਾਇਆ ਜਾ ਸਕਦਾ ਹੈ। ਸੰਵਿਧਾਨ ਦਾ ਕਿਹੜਾ ਆਰਟੀਕਲ ਭਾਰਤ ਦੇ ਰਾਸ਼ਟਰਪਤੀ ਤੇ ਮਹਾਦੋਸ਼ ਨਾਲ ਸੰਬੰਧਿਤ ਹੈ? ਤਾਂ ਆਰਟੀਕਲ 61 ਹੈ, ਜਿਹਦਾ ਜਿਹੜਾ ਹੈਗਾ ਬਿੱਲ ਹੈ ਉਹ ਰਾਜ ਸਭਾ, ਲੋਕ ਸਭਾ, ਸੰਸਦ ਦੇ ਦੋਨਾਂ ਸਦਨਾਂ 'ਚੋਂ ਕਿਸੇ ਵੀ ਸਦਨ ਦੇ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਅਤੇ 2/3 ਬਹੁਮਤ ਸਪੈਸ਼ਲ ਮੈਜੋਰਿਟੀ ਨਾਲ ਪਾਸ ਹੋਣਾ ਜਿਹੜਾ ਉਹਦਾ ਬਹੁਤ ਜ਼ਰੂਰੀ ਹੈ। ਨੈਕਸਟ ਕੁਐਸਚਨ ਹੈ, ਭਾਰਤ ਦਾ ਰਾਸ਼ਟਰਪਤੀ ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅਧੀਨ ਆਪਤਕਾਲੀਨ ਸ਼ਕਤੀਆਂ ਦਾ ਪ੍ਰਯੋਗ ਕਰਦਾ ਹੈਗਾ? ਤਾਂ ਇਹ ਉਪਰੋਕਤ ਜਿਹੜੀਆਂ ਸ਼ਕਤੀਆਂ ਨੇਗੀਆਂ ਇਹ ਸਾਰੀਆਂ ਹੀ ਉਹ ਯੂਜ਼ ਕਰਦਾ 352 ਆਰਟੀਕਲ, 356 ਅਤੇ 360। ਤਾਂ ਜਿਹੜੀ ਐਮਰਜੈਂਸੀ ਪ੍ਰੋਵੀਜ਼ਨ ਹੈ ਇਹ ਅਸੀਂ 1935 ਦੇ ਗਵਰਨਮੈਂਟ ਆਫ ਇੰਡੀਆ ਐਕਟ ਤੋਂ ਹੀ ਲਏ ਨੇ, ਪਰ ਇਹਨਾਂ ਐਮਰਜੈਂਸੀ ਲੱਗਣ 'ਤੇ ਜਿਹੜੀਆਂ ਪਾਵਰਸ ਨੇ ਉਹ ਅਸੀਂ ਜਰਮਨੀ ਦੇ ਕੌਨਸਟੀਟਿਊਸ਼ਨ ਤੋਂ ਲਈਆਂ ਨੇ। ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰਧਾਨ ਮੰਤਰੀ ਨੇ ਸੰਸਦ ਦਾ ਸਾਹਮਣਾ ਨਹੀਂ ਕੀਤਾ? ਤਾਂ ਉਹ ਹੈਗੇ ਚੌਧਰੀ ਚਰਨ ਸਿੰਘ, ਜਿਹੜੇ ਕਦੇ ਵੀ ਸੰਸਦ ਨਹੀਂ ਗਏ ਸੀ। ਨੈਕਸਟ ਹੈ, ਕਾਨੂੰਨ ਦੇ ਸੋਮੇ ਕੀ ਹਨ? ਤਾਂ ਕਾਨੂੰਨ ਦੇ ਸੋਮੇ ਧਰਮ ਵੀ ਹੈ, ਰਵਾਇਤ ਵੀ ਹੈ ਅਤੇ ਨਿਆਂਇਕ ਫੈਸਲੇ ਵੀ ਹੈ। ਉਪਰੋਕਤ ਸਾਰੇ ਨੇ। ਦਿੱਲੀ ਰਾਜ 'ਤੇ ਕਿਹੜੀ ਪਾਰਟੀ ਸ਼ਾਸਨ ਕਰ ਰਹੀ ਹੈ? ਤਾਂ ਆਪ। ਉੱਤਰ ਪ੍ਰਦੇਸ਼ ਦੇ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਕਿਹੜੀ ਪਾਰਟੀ ਨੇ ਜਿੱਤੀਆਂ? ਬੀਜੇਪੀ ਨੇ। ਵਿਨੋਬਾ ਭਾਵੇ ਦਾ ਨਾਮ ਜੁੜਿਆ ਭੂਦਾਨ ਦੇ ਨਾਲ। ਪੰਜਾਬ ਵਿੱਚ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਜਾਂ ਵਿਰੋਧੀ ਧਿਰ ਦਾ ਲੀਡਰ ਕੌਣ ਹੈ? ਤਾਂ ਪਹਿਲਾਂ ਸੀਗੇ ਇਹਨਾਂ ਦੇ ਵਿੱਚ ਆਪਸ਼ਨ ਹੈ ਨਹੀਂ, ਅਤੇ ਹੁਣ ਹੈਗੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ। ਤਾਂ ਉਹ ਤੁਸੀਂ ਲਿਖ ਸਕਦੇ ਹੋ, ਨੋਟ ਕਰ ਸਕਦੇ ਹੋ। ਜੇ ਜੈ ਲਲਿਤਾ ਕਿਸ ਰਾਜ ਤੋਂ ਨੇ? ਤਾਂ ਇਹ ਹੈਗੇ ਆ ਤਾਮਿਲਨਾਡੂ ਤੋਂ। 1957 ਵਿੱਚ ਪੰਚਾਇਤੀ ਰਾਜ ਕਿਸ ਦੀ ਸਿਫਾਰਿਸ਼ 'ਤੇ ਲਾਗੂ ਕੀਤਾ ਗਿਆ? ਬਲਵੰਤ ਰਾਏ ਮਹਿਤਾ ਦੀ ਰਿਪੋਰਟ 'ਤੇ ਲਾਗੂ ਕੀਤਾ ਗਿਆ। 2 ਅਕਤੂਬਰ 1959 ਨੂੰ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਰਾਜਸਥਾਨ ਦੇ ਨਗੌਰ ਜ਼ਿਲ੍ਹੇ ਦੇ ਵਿੱਚ ਲਾਗੂ ਕੀਤਾ ਗਿਆ ਸੀ। ਸਰਕਾਰੀ ਕਮਿਸ਼ਨ ਤੁਹਾਨੂੰ ਪਤਾ ਹੀ ਹੈ, ਰਾਜਾਂ ਅਤੇ ਕੇਂਦਰ ਦੇ ਸੰਬੰਧਾਂ ਦੇ ਨਾਲ ਹੈ। ਅੱਗੇ ਹੈਗਾ CPIM ਦੀ ਹੋਂਦ ਕਦੋਂ ਹੋਈ ਜਾਂ ਸਥਾਪਨਾ ਕਦੋਂ ਹੋਈ? ਤਾਂ CPIM ਦੀ ਸਥਾਪਨਾ 1964 ਦੇ ਵਿੱਚ ਹੋਈ ਸੀ। ਪੰਜਾਬ ਵਿੱਚ ਕਿਸ ਪਾਰਟੀ ਦਾ ਚੋਣ ਨਿਸ਼ਾਨ ਤੱਕੜੀ ਹੈ? ਤਾਂ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਿਸ਼ਾਨ ਹੈ ਜਿਹੜਾ ਉਹ ਤੱਕੜੀ ਹੈ। ਲੋਕ ਸਭਾ ਦੀ ਨਿਊਨਤਮ ਉਮਰ ਕਿੰਨੀ ਹੈ? ਤਾਂ 25 ਸਾਲ। ਅਸਹਿਯੋਗ ਲਹਿਰ ਕਾਇਮ ਹੋਈ ਹੈ? ਤਾਂ ਇਹ ਸ਼ਾਂਤਮਈ ਆਪਸੀ ਹੋਂਦ ਨਾਲ ਵੀ ਹੋਈ ਹੈ। ਨਿਸ਼ਸਤਰੀਕਰਨ ਹਥਿਆਰਾਂ ਦੀ ਵਰਤੋਂ ਨਹੀਂ ਕੀਤੀ ਗਈ। ਗੈਰ ਬਸਤੀਵਾਦ ਲਈ ਵੀ ਸੀ, ਕਿਉਂਕਿ ਜਿਹੜੇ ਬ੍ਰਿਟਿਸ਼ ਸੀ ਉਹਨਾਂ ਨੇ ਆਪਣੀਆਂ ਜਿਹੜੀਆਂ ਬਸਤੀਆਂ ਇੱਥੇ ਆ ਕੇ ਸਥਾਪਿਤ ਕੀਤੀਆਂ ਸੀ, ਤਾਂ ਉਹਨਾਂ ਨੂੰ ਹਟਾਉਣ ਦੇ ਲਈ ਸੀ। ਤਾਂ ਉਪਰੋਕਤ ਸਾਰੇ। ਨੈਕਸਟ ਹੈ, ਨਾਗਰਿਕਤਾ ਤੋਂ ਕੀ ਭਾਵ ਹੈ? ਸਮਾਜ ਦੀ ਮੈਂਬਰਸ਼ਿਪ ਦੀ ਸਮਾਜਿਕ ਸ਼ਨਾਖਤ ਹੋਣਾ, ਇਹ ਵੀ ਜ਼ਰੂਰੀ ਹੈ, ਇਹ ਸਮਾਜਿਕ ਪਹਿਚਾਣ ਹੈ। ਸੈਕਿੰਡ ਹੈ, ਵਿਅਕਤੀ ਦੀ ਨਾਗਰਿਕ ਦੇ ਤੌਰ 'ਤੇ ਕਾਨੂੰਨੀ ਸ਼ਨਾਖਤ, ਹਾਂਜੀ ਵਿਅਕਤੀ ਦੀ ਕਾਨੂੰਨੀ ਸ਼ਨਾਖਤ ਹੁੰਦੀ ਆ। ਅਤੇ ਰਾਜ ਦੀ ਮੈਂਬਰਸ਼ਿਪ, ਤਾਂ ਇਹਦਾ ਹੈਗਾ ਗਾ ਸਮਾਜ B ਅਤੇ C ਆਪਸ਼ਨ। ਰਾਜ ਸਭਾ ਦਾ ਪ੍ਰਧਾਨ ਕੌਣ ਹੁੰਦਾ ਹੈ? ਤਾਂ ਰਾਜ ਸਭਾ ਦਾ ਪ੍ਰਧਾਨ ਉਪ ਰਾਸ਼ਟਰਪਤੀ ਹੁੰਦਾ। ਭਾਰਤ ਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਗਾ ਉਹ ਰਾਜ ਸਭਾ ਦੇ ਐਕਸ ਓਫੀਸ਼ੀਓ ਚੇਅਰਮੈਨ ਦੇ ਤੌਰ 'ਤੇ ਜਿਹੜੇ ਹੈਗੇ ਕੰਮ ਕਰਦੇ ਨੇ। ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਦਾ ਨਾਮ? ਤਾਂ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਡਾਕਟਰ S ਰਾਧਾ ਕ੍ਰਿਸ਼ਨਨ ਸੀ, ਜਿਨ੍ਹਾਂ ਦੇ ਨਾਮ 'ਤੇ ਅਸੀਂ 5 ਸਤੰਬਰ ਨੂੰ ਟੀਚਰਸ ਡੇ ਵੀ ਮਨਾਉਂਦੇ ਹਾਂ। ਉਸ ਤੋਂ ਇਲਾਵਾ ਆਪਣੇ ਸੈਕਿੰਡ ਜਿਹੜੇ ਹੈਗੇ ਰਾਸ਼ਟਰਪਤੀ ਨੇ ਉਹ ਵੀ ਰਹੇ ਆ। ਭਾਰਤ ਵਿੱਚ ਸਰਕਾਰ ਦਾ ਰੂਪ ਕੀ ਹੈ? ਤਾਂ ਭਾਰਤ ਦੇ ਵਿੱਚ ਸਰਕਾਰ ਸੰਸਦੀ ਹੈ। ਜੇ ਸੰਵਿਧਾਨ ਦਾ ਪੁੱਛਿਆ ਜਾਵੇ ਤਾਂ ਉਹ ਇਕਾਤਮਕ ਸੰਘੀ ਸੰਵਿਧਾਨ ਹੈ, ਪਰ ਸਰਕਾਰ ਹੈ ਜਿਹੜੀ ਉਹ ਆਪਣੀ ਸੰਸਦੀ ਹੈ। ਭਾਰਤ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਸੰਗਠਨ ਕਿਹੜਾ ਆਰਟੀਕਲ ਕਰਦਾ? 124 ਤੋਂ 147 ਆਰਟੀਕਲ ਹੈ ਜਿਹੜਾ ਉਹ ਸੁਪਰੀਮ ਕੋਰਟ ਦੇ ਨਾਲ ਸੰਬੰਧਿਤ ਹੈ। ਅਤੇ ਸੁਪਰੀਮ ਕੋਰਟ ਦੀ ਜਿਹੜੀ ਸਥਾਪਨਾ ਉਹ 1773 ਦੇ ਰੈਗੂਲੇਟਿੰਗ ਐਕਟ ਦੇ ਅਧੀਨ ਹੋਈ ਆ। ਐਕਟ ਨਾਲ ਸੁਪਰੀਮ ਕੋਰਟ ਦੀ ਸਥਾਪਨਾ ਹੋਈ, ਪਰ ਹੋਈ ਕਦੋਂ ਸੀ? 1774 ਦੇ ਵਿੱਚ ਹੋਈ ਸੀ। ਅਤੇ ਕਲਕੱਤੇ ਦੇ ਵਿੱਚ ਪਹਿਲੀ ਜਿਹੜੀ ਹੈਗੀ ਸੁਪਰੀਮ ਕੋਰਟ ਆ ਉਹ ਸਥਾਪਿਤ ਕੀਤੀ ਗਈ ਸੀ। ਭਾਰਤ ਦੀ ਸਰਵਉੱਚ ਅਦਾਲਤ ਕਿੱਥੇ ਆ? ਹੁਣ ਦਿੱਲੀ ਦੇ ਵਿੱਚ ਆਈ। ਭਾਰਤ ਵਿੱਚ ਸਰਵਉੱਚ ਅਦਾਲਤ ਦਾ ਚੀਫ ਜਸਟਿਸ ਕੌਣ ਨਹੀਂ ਸੀ? ਤਾਂ ਇਹ ਹੈਗੇ ਸੀ MC ਸੀਤਲਵਾੜ, ਇਹ ਨਹੀਂ ਰਹੇ।
ਬਾਕੀ ਜਿਹੜੇ ਹੈਗੇ ਆ ਅਜੀਤ ਨਾਥ ਰੋਏ ਆ ਇਹ 1973 ਦੇ ਵਿੱਚ ਸੀ। PL ਭਗਵਤੀ ਆ ਜਿਹੜੇ ਇਹ 1985 ਸੀ। MH ਬੇਰਾ ਇਹ ਹੈਗੇ ਆ 1987 ਦੇ ਵਿੱਚ। ਨੈਕਸਟ ਕੁਐਸਚਨ ਹੈ ਪੰਜਾਬ ਵਿਧਾਨ ਪਰਿਸ਼ਦ ਇਸ ਤੋਂ ਬਾਅਦ ਖਤਮ ਹੋ ਗਈ ਸੀ। ਤਾਂ ਜਿਹੜੀ ਪੰਜਾਬ ਵਿਧਾਨ ਪਰਿਸ਼ਦ ਹੈ ਇਹ 1 ਜਨਵਰੀ 1970 ਨੂੰ ਹੋਈ ਸੀ। ਇੱਥੇ 7 ਜਨਵਰੀ ਲਿਖਿਆ ਹੋਇਆ ਹੈ, ਤਾਂ 1 ਜਨਵਰੀ 1970 ਨੂੰ ਖਤਮ ਹੋਈ ਸੀ। ਨੈਕਸਟ ਹੈ ਪੰਜਾਬ ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ 117। ਇਹ ਸੀਟਾਂ ਜਨਸੰਖਿਆ ਦੇ ਆਧਾਰ 'ਤੇ ਰੱਖੀਆਂ ਜਾਂਦੀਆਂ ਨੇ। ਜਿਸ ਰਾਜ ਦੀ ਜਨਸੰਖਿਆ ਜਿੰਨੀ ਜ਼ਿਆਦਾ ਹੋਊਗੀ ਉਨੀ ਸੀਟਾਂ ਜ਼ਿਆਦਾ ਹੋਣਗੀਆਂ, ਚਾਹੇ ਦੀ ਫਿਰ ਉਹ ਰਾਜ ਸਭਾ ਹੈ, ਲੋਕ ਸਭਾ ਜਾਂ ਵਿਧਾਨ ਸਭਾ ਹੈ। ਰਾਜ ਸਭਾ ਲਈ ਨਿਊਨਤਮ ਉਮਰ ਕਿੰਨੀ ਹੋਣੀ ਚਾਹੀਦੀ ਹੈ? ਤਾਂ 30 ਸਾਲ ਹੋਣੀ ਚਾਹੀਦੀ ਹੈ। 30 ਤੋਂ ਘੱਟ ਨਹੀਂ ਹੋਣੀ ਚਾਹੀਦੀ, 30 ਤੋਂ ਅਬਵ ਕਿੰਨੀ ਵੀ ਹੋ ਸਕਦੀ ਹੈ। ਅਤੇ ਰਾਜ ਸਭਾ ਦਾ ਕਾਰਜਕਾਲ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ 6 ਸਾਲ ਹੈ, ਜਿਹਦੇ 1/3 ਮੈਂਬਰ ਹੈ ਜਿਹੜੇ ਹਰ 2 ਸਾਲ ਬਾਅਦ ਰਿਟਾਇਰ ਕੀਤੇ ਜਾਂਦੇ ਨੇ। ਪਰ ਉਹ ਜਿਹੜੀ 1/3 ਮੈਂਬਰ ਉਹ ਆਪਦਾ 6 ਸਾਲ ਦਾ ਕਾਰਜਕਾਲ ਪੂਰਾ ਕਰਕੇ ਹੀ ਰਿਟਾਇਰ ਹੁੰਦੇ ਨੇ। ਹਰੇਕ ਰਾਜ ਦੀ ਮੰਤਰੀ ਪਰਿਸ਼ਦ ਕਿਸ ਦੇ ਸਾਹਮਣੇ ਸਹੁੰ ਲੈਂਦੀ ਹੈ? ਤਾਂ ਹਰੇਕ ਰਾਜ ਦੀ ਮੰਤਰੀ ਪਰਿਸ਼ਦ ਰਾਜਪਾਲ ਦੇ ਸਾਹਮਣੇ ਸਹੁੰ ਲੈਂਦੀ ਹੈ। ਲੋਕ ਸਭਾ ਦਾ ਪਹਿਲਾ ਸਪੀਕਰ GB ਮਾਵਲੰਕਰ, ਜਿਨ੍ਹਾਂ ਨੂੰ ਫਾਦਰ ਆਫ ਲੋਕ ਸਭਾ ਵੀ ਕਿਹਾ ਜਾਂਦਾ, ਅਤੇ ਇਹ 17 ਨਵੰਬਰ 1947 ਨੂੰ ਜਿਹੜੇ ਹੈਗੇ ਲੋਕ ਸਭਾ ਦੇ ਸਪੀਕਰ ਬਣੇ ਸੀ। ਲੋਕ ਮਤ ਦਾ ਸਪੀਕਰ ਕੌਣ ਹੈ? ਲੋਕ ਮਤ ਦੇ ਸਪੀਕਰ ਹੈ ਜਿਹੜੇ ਐਕਚੁਅਲੀ ਇਹ ਹੋਣਾ ਸੀ ਲੋਕ ਸਭਾ ਦਾ ਹੁਣ ਸਪੀਕਰ ਕੌਣ ਹੈ, ਤਾਂ ਉਹ ਹੈ ਓਮ ਬਿਰਲਾ ਜੀ। ਸੰਸਦ ਵਿੱਚ ਕਿਹੜੇ ਰਾਜ ਦੀਆਂ ਲੋਕ ਸਭਾ ਸੀਟਾਂ ਸਭ ਤੋਂ ਵੱਧ ਨੇ? ਤਾਂ ਹੈਗੀਆਂ ਨੇ ਉੱਤਰ ਪ੍ਰਦੇਸ਼ ਦੀਆਂ। ਉੱਤਰ ਪ੍ਰਦੇਸ਼ ਦੀਆਂ ਲੋਕ ਸਭਾ ਸੀਟਾਂ ਵੀ ਸਭ ਤੋਂ ਵੱਧ ਹੈ, ਰਾਜ ਸਭਾ ਦੀਆਂ ਸੀਟਾਂ ਵੀ ਸਭ ਤੋਂ ਜ਼ਿਆਦਾ ਨੇ, ਕਿਉਂਕਿ ਉਹਨਾਂ ਦੀ ਜਨਸੰਖਿਆ ਜਿਹੜੀ ਸਭ ਤੋਂ ਜ਼ਿਆਦਾ ਹੈ। ਅਹੁਦੇ ਅਨੁਸਾਰ ਰਾਜ ਸਭਾ ਦਾ ਚੇਅਰਮੈਨ ਕੌਣ ਹੁੰਦਾ? ਤਾਂ ਭਾਰਤ ਦਾ ਉਪ ਰਾਸ਼ਟਰਪਤੀ ਹੈ ਜਿਹੜਾ ਅਹੁਦੇ ਅਨੁਸਾਰ ਰਾਜ ਸਭਾ ਦਾ ਚੇਅਰਮੈਨ ਹੁੰਦਾ। ਰਾਸ਼ਟਰਪਤੀ ਕਿਸ ਆਰਟੀਕਲ ਅਧੀਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈ? ਤਾਂ ਰਾਸ਼ਟਰਪਤੀ 75 ਆਰਟੀਕਲ ਦੇ ਅਧੀਨ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦਾ ਹੈਗਾ। ਰਾਸ਼ਟਰਪਤੀ ਕਿਸ ਆਰਟੀਕਲ ਅਧੀਨ ਗਵਰਨਰ ਦੀ ਨਿਯੁਕਤੀ ਕਰਦਾ ਹੈ? 155 ਆਰਟੀਕਲ ਅਧੀਨ ਗਵਰਨਰ ਦੀ ਨਿਯੁਕਤੀ ਕਰਦਾ ਹੈ। ਨੈਕਸਟ ਕੁਐਸਚਨ, ਮੁੱਖ ਮੰਤਰੀ ਦਾ ਕਾਰਜਕਾਲ ਨਿਸ਼ਚਿਤ ਜ਼ਰੂਰ ਹੈ ਵੀ 5 ਸਾਲ ਹੈ, ਪਰ ਅਸਥਾਈ ਹੈ, ਕਿਉਂਕਿ ਇਹਨੂੰ ਕਦੋਂ ਵੀ ਜਿਹੜਾ ਹੈਗਾ ਭੰਗ ਕੀਤਾ ਜਾ ਸਕਦਾ ਹੈ, ਹਟਾਇਆ ਜਾ ਸਕਦਾ ਹੈ। ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਆ, ਉਹਨਾਂ ਨੂੰ ਹਟਾਇਆ ਗਿਆ, ਉਹਨਾਂ ਦੀ ਜਗ੍ਹਾ 'ਤੇ ਜਿਹੜੇ ਹੈਗੇ ਚੰਨੀ ਨੂੰ ਲੈ ਕੇ ਆਂਦਾ, ਚੰਨੀ ਨੂੰ CM ਬਣਾਇਆ ਗਿਆ। UNO ਦਾ ਜਨਰਲ ਸਕੱਤਰ ਕੌਣ ਹੈ? ਤਾਂ ਇਹ ਹੈਗੇ ਐਂਟੋਨੀਓ ਗੁਟਰਸ। ਜੇ ਕਈ ਵਾਰ ਇਹ ਪੁੱਛਿਆ ਜਾਵੇ ਵੀ ਕੌਣ ਹੈ ਜਿਹੜਾ 2 ਵਾਰ ਸਕੱਤਰ ਰਿਹਾ, ਉਹ ਹੈਗਾ ਬਾਨ ਕੀ ਮੂਨ। ਭਾਰਤ ਵਿੱਚ ਸੰਘਵਾਦ ਦੇ ਮਾਡਲ ਕਿਹੜੇ ਹਨ? ਤਾਂ ਆਪਣੇ ਜਿਹੜਾ ਹੈਗਾ ਇੱਕਵਾਦੀ ਸੰਘਵਾਦ ਹੈ, ਸਹਿਕਾਰੀ ਵੀ ਆ, ਅਤੇ ਸੌਦੇਬਾਜ਼ੀ ਦਾ ਸੰਘਵਾਦ ਵੀ ਹੈ। ਹਾਂ, ਜੇ ਸੰਵਿਧਾਨ ਦੀ ਵਿਸ਼ੇਸ਼ਤਾ ਦੇ ਅਕੋਰਡਿੰਗ ਪੁੱਛਿਆ ਜਾਂਦਾ ਤਾਂ ਆਪਾਂ ਇੱਕਵਾਦੀ ਸੰਘਵਾਦ ਲਾਉਂਦੇ। ਆਪਣੇ ਸਹਿਕਾਰੀ ਵੀ ਹੈ, ਕਿਉਂਕਿ ਪਾਵਰਸ ਦੀ ਡਿਵੀਜ਼ਨ ਵੀ ਕੀਤੀ ਹੋਈ ਹੈ, ਲਿਸਟ ਵੀ ਬਣਾਈ ਹੋਈ ਹੈ। ਸੌਦੇਬਾਜ਼ੀ ਵੀ ਆਪਾਂ ਇੰਟਰਸਟੇਟ ਹੈ ਜਿਹੜੇ ਆਪਦੇ ਵਿੱਚ ਜਿਹੜੀਆਂ ਆਪਣੀਆਂ ਹੈਗੀਆਂ ਟੈਰੀਟਰੀਜ਼ ਆ ਉਹਨਾਂ ਨਾਲ ਆਪਾਂ ਸੌਦਾ ਕਰਦੇ ਹਾਂ, ਐਗਰੀਮੈਂਟ ਕਰਦੇ ਹਾਂ, ਵਪਾਰ ਨੂੰ ਲੈ ਕੇ, ਪਾਣੀਆਂ ਨੂੰ ਲੈ ਕੇ, ਬਿਜਲੀ ਨੂੰ ਲੈ ਕੇ। ਤਾਂ ਆਪਣੇ ਇਹ ਸਾਰੀਆਂ ਆਪਸ਼ਨਸ ਨੇ। ਨੈਕਸਟ ਹੈ ਭਾਰਤ ਵਿੱਚ ਚੋਣ ਆਯੋਗ ਕਦੋਂ ਸਥਾਪਿਤ ਕੀਤਾ ਗਿਆ? ਤਾਂ ਭਾਰਤ ਵਿੱਚ ਚੋਣ ਆਯੋਗ 25 ਜਨਵਰੀ 1950 ਨੂੰ ਸਥਾਪਿਤ ਕੀਤਾ ਗਿਆ, ਜਿਹਨੂੰ ਅਸੀਂ ਨੈਸ਼ਨਲ ਵੋਟਰ ਡੇ ਦੇ ਨਾਮ ਨਾਲ ਵੀ ਮਨਾਉਂਦੇ ਹਾਂ। ਨੈਕਸਟ ਕੁਐਸਚਨ, ਭਾਰਤ ਵਿੱਚ ਚੋਣ ਆਯੋਗ ਕਦੋਂ ਇੱਕ ਬਹੁ ਮੈਂਬਰੀ ਸੰਸਥਾ ਬਣੀ ਸੀ? ਤਾਂ ਇਹ 1 ਅਕਤੂਬਰ 1993 ਨੂੰ ਬਹੁ ਮੈਂਬਰੀ ਸੰਸਥਾ ਬਣੀ ਸੀ। ਇਸ ਤੋਂ ਪਹਿਲਾਂ ਇਹਦੇ ਮੈਂਬਰ ਹੈ ਜਿਹੜੇ ਉਹ ਘੱਟ ਚੁਣੇ ਜਾਂਦੇ ਸੀ। ਇੱਕ ਜਿਹੜਾ ਹੈਗਾ ਮੁੱਖ ਹੁੰਦਾ ਸੀਗਾ, ਅਤੇ 3 ਜਿਹੜੇ ਹੈਗੇ ਅਦਰ ਮੈਂਬਰ ਹੁੰਦੇ ਸੀ। ਸਾਬਕਾ ਮੁੱਖ ਚੋਣ ਕਮਿਸ਼ਨਰ ਦੀ ਪਹਿਚਾਣ ਕਰੋ। ਤਾਂ ਜਿਹੜੇ MS ਗਿੱਲ ਹੈ ਇਹ ਸਾਬਕਾ ਮੁੱਖ ਚੋਣ ਕਮਿਸ਼ਨਰ ਰਹੇ ਹੋਏ ਨੇ। ਨੈਕਸਟ ਹੈ ਨੋਟਾ ਤੋਂ ਕੀ ਭਾਵ ਹੈ? ਤਾਂ ਨਨ ਆਫ ਦੇ ਅਬਵ। ਨੋਟਾ ਤੋਂ ਭਾਵ ਹੈ ਨਨ ਆਫ ਦੇ ਅਬਵ। ਇਹ ਵੋਟਾਂ ਦੇ ਵਿੱਚੋਂ ਆਪਾਂ ਇਸ ਬਟਨ ਦੀ ਜਿਹੜੀ ਹੈਗੀ ਵਰਤੋਂ ਹੁਣ ਜ਼ਿਆਦਾ ਕਰਦੇ ਹਾਂ। ਪਬਲਿਕ ਹੈ ਜਿਹੜਾ ਆਪਦਾ ਇੰਟਰਸਟ ਦਿਖਾਉਂਦੀ ਹੈ। ਹਾਂ, ਜੇ ਕਈ ਵਾਰ ਇਹ ਹੁੰਦਾ ਗਾ 1/6% ਤੋਂ ਨੋਟਾਂ ਨੂੰ ਜ਼ਿਆਦਾ ਜਿਹੜੀ ਹੈਗੀ ਬਹੁਮਤ ਮਿਲ ਜੇ, ਤਾਂ ਫਿਰ ਜਿਹੜੀਆਂ ਹੈਗੀਆਂ ਚੋਣਾਂ ਨੇ ਉਹ ਦੁਬਾਰਾ ਵੀ ਕਰਵਾਈਆਂ ਜਾ ਸਕਦੀਆਂ ਨੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕਲਾਸ ਹੈ, ਇਹ ਸੀਰੀਜ਼ ਹੈ ਜਿਹੜੀ ਪਸੰਦ ਆਈ ਹੋਵੇਗੀ। ਧੰਨਵਾਦ।